ਡੂੰਘੇ ਨੀਲੇ ਸਮੁੰਦਰ ਦੇ ਥੱਲੇ ਖਤਰਨਾਕ ਸ਼ਾਰਕ ਗਿਰੋਹ ਉਸ ਦਿਨ ਫਿਰ ਤੋਂ ਸ਼ਿਕਾਰ ਕਰ ਰਿਹਾ ਸੀ। ਗਿਰੋਹ ਇੰਨਾ ਡਰਾਵਨਾ ਸੀ ਕਿ ਜਦੋਂ ਵੀ ਉਹ ਆਪਣਾ ਮੂੰਹ ਖੋਲ੍ਹਦੇ ਮੱਛੀਆਂ ਦੇ ਝੁੰਡ ਵਿਖਰ ਜਾਂਦੇ। ਪਰ ਇੱਕ ਵੱਡੇ ਸਮੁੰਦਰੀ ਮੀਨਾਰ ਦੇ ਅੰਦਰ ਲੁਕੀ ਹੋਈ ਪੀਲੀ ਮੱਛੀ ਇੰਨੀ ਕਿਸਮਤ ਵਾਲੀ ਨਹੀਂ ਸੀ। ਇੱਥੇ ਵੇਖੋ, ਸਾਨੂੰ ਬਹੁਤ ਵਧੀਆ ਖਾਣਾ ਮਿਲਿਆ ਹੈ। ਚਲੋ ਇਸ ਨੂੰ ਖਾਂਦੇ ਆ। ਸ਼ਾਰਕ ਗਿਰੋਹ ਪੀਲੀ ਮੱਛੀ ਨੂੰ ਖਾਣ ਹੀ ਵਾਲਾ ਸੀ, ਪਰ ਉਸੇ ਵੇਲੇ ਉਹਨਾਂ ਨੇ ਇੱਕ ਵੱਡੀ ਮੱਛੀ ਨੂੰ ਉੱਤੇ ਤੈਰਦੇ ਹੋਏ ਵੇਖਿਆ। ਹਾਂ, ਵੇਖੋ ਵੇਖੋ, ਉਹ ਮੱਛਲੀ ਵੱਡੀ ਹੈ। ਚਲੋ ਉਸ ਨੂੰ ਖਾਂਦੇ ਆ। ਬੇਸ਼ੱਕ ਖਤਰਨਾਕ ਗਿਰੋਹ ਨੂੰ ਬਹੁਤ ਦੇਰ ਵਿੱਚ ਅਹਿਸਾਸ ਹੋਇਆ ਕਿ ਉਹ ਜਿਸ ਵੱਡੀ ਮੱਛੀ ਨੂੰ ਖਾਣਾ ਚਾਹੁੰਦੇ ਸੀ ਉਹ ਅਸਲ ਵਿੱਚ ਇੱਕ ਖਿਡੌਣਾ ਮੱਛੀ ਸੀ, ਇੱਕ ਮਛੁਆਰੇ ਦੇ ਹੁੱਕ ਦੇ ਸਿਰੇ ਤੇ ਲੱਗੀ ਹੋਈ। ਮੇਰੇ ਦੰਦ ਵਿੱਚ ਬਹੁਤ ਦਰਦ ਹੋ ਰਿਹਾ ਹੈ। ਮੇਰੀ ਨੱਕ ਵਿੱਚ ਬਹੁਤ ਚੋਟ ਲੱਗੀ ਹੈ। ਜਦ ਉਹ ਖਿਡੌਣਾ ਮੱਛੀ ਵਿੱਚ ਰੁੱਝੇ ਹੋਏ ਸੀ, ਪੀਲੀ ਮੱਛੀ ਬਚ ਨਿਕਲੀ ਤੇ ਉਹਨਾਂ ਕੋਲੋਂ ਖਾਏ ਜਾਣ ਤੋਂ ਬਚ ਗਈ। ਤੇਰੀ ਵਜ੍ਹਾ ਕਰਕੇ ਅਸੀਂ ਆਪਣਾ ਦੁਪਹਿਰ ਦਾ ਖਾਣਾ ਖੋ ਦਿੱਤਾ। ਸੋਹਣਾ ਸਮੁੰਦਰ ਸਿਰਫ ਸ਼ਾਰਕ ਦਾ ਝੁੰਡ ਨਹੀਂ ਸੀ, ਇਹ ਵੱਡਾ ਤੇ ਰੰਗੀਨ, ਪਿਆਰੀ ਤੇ ਖੁਸ਼ਹਾਲ ਮੱਛੀ ਪਰਿਵਾਰਾਂ ਨਾਲ ਭਰਿਆ ਹੋਇਆ ਸੀ। ਚਲੋ ਬੱਚਿਓ, ਅੰਦਰ ਜਾਣ ਦਾ ਸਮਾਂ ਹੋ ਗਿਆ ਹੈ। ਪਰ ਮਾਂ, ਵੇਖੋ, ਮੈਨੂੰ ਕੁਝ ਖਾਣਾ ਲਿਆਉਣ ਦੇ ਲਈ ਬਾਹਰ ਜਾਣਾ ਪਵੇਗਾ ਤੇ ਮੇਰੇ ਬਾਹਰੋਂ ਆਉਣ ਤੱਕ ਤੁਸੀਂ ਘਰ ਦੇ ਅੰਦਰ ਰਹੋਗੇ। ਮਾਂ, ਸਾਨੂੰ ਵੀ ਆਪਣੇ ਨਾਲ ਲੈ ਚੱਲੋ ਨਾ, ਪਲੀਜ਼। ਨਹੀਂ ਬੇਟਾ, ਇਹ ਬਹੁਤ ਖਤਰਨਾਕ ਹੋਵੇਗਾ। ਬਾਹਰ ਬਹੁਤ ਸ਼ਾਰਕ ਘੁੰਮ ਰਹੇ ਨੇ। ਚਲੋ ਤੁਸੀਂ ਸਾਰੇ ਅੰਦਰ ਜਾਓ ਤੇ ਅਣਜਾਣ ਲੋਕਾਂ ਨਾਲ ਬਿਲਕੁਲ ਵੀ ਗੱਲ ਨਹੀਂ ਕਰਨੀ। ਤਿੰਨੇ ਲਾਲ ਮੱਛਲੀਆਂ ਆਪਣੇ ਘਰ ਦੇ ਅੰਦਰ ਚਲੀਆਂ ਗਈਆਂ, ਜੋ ਕਿ ਅਸਲ ਵਿੱਚ ਇੱਕ ਡੁੱਬਿਆ ਹੋਇਆ ਜਹਾਜ਼ ਸੀ। ਜਿਸ ਸ਼ਾਰਕ ਗਿਰੋਹ ਨੇ ਉਹਨਾਂ ਨੂੰ ਵੇਖਿਆ ਸੀ, ਉਹ ਉੱਥੇ ਹੀ ਮਾਂ ਮੱਛਲੀ ਨੂੰ ਪਕੜਨਾ ਚਾਹੁੰਦਾ ਸੀ। ਓ, ਇੱਕ ਸੁਪਰ ਸਵਾਦੀ ਮਾਂ ਮੱਛਲੀ, ਤੇ ਇਸ ਵਾਰ ਇਹ ਕੋਈ ਖਿਡੌਣਾ ਨਹੀਂ ਹੈ। ਵੱਡੇ ਸ਼ਾਰਕ ਨੇ ਅਚਾਨਕ ਆਪਣੇ ਦੋਸਤਾਂ ਨੂੰ ਰੋਕਿਆ ਜੋ ਹਮਲਾ ਕਰਨਾ ਚਾਹੁੰਦੇ ਸੀ। ਖੜ ਜਾਓ, ਇੱਕ ਮੱਛਲੀ ਖਾਣ ਦੇ ਬਜਾਏ ਅਸੀਂ ਉਸ ਡੁੱਬੇ ਹੋਏ ਜਹਾਜ਼ ਦੇ ਅੰਦਰ ਲੁਕੀ ਤਿੰਨੋਂ ਮੱਛਲੀਆਂ ਨੂੰ ਕਿਉਂ ਨਹੀਂ ਖਾਂਦੇ? ਕੀ ਕਹਿੰਦੇ ਹੋ? ਬੇਸ਼ੱਕ ਤੁਸੀਂ ਬਹੁਤ ਚਲਾਕ ਹੋ ਬੌਸ। ਚਲੋ ਤਿੰਨਾਂ ਨੂੰ ਖਾਂਦੇ ਆ। ਇੰਨੀ ਛੇਤੀ ਨਹੀਂ, ਅਸੀਂ ਇਹਨਾਂ ਮੱਛਲੀਆਂ ਤੇ ਤੁਰੰਤ ਹਮਲਾ ਨਹੀਂ ਕਰਾਂਗੇ, ਕਿਉਂਕਿ ਜਦ ਅਸੀਂ ਇੰਨੇ ਵੱਡੇ ਸ਼ਰੀਰਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ ਤਾਂ ਉਹ ਆਸਾਨੀ ਨਾਲ ਬਚ ਸਕਦੀਆਂ ਨੇ। ਸਾਨੂੰ ਇੱਕ ਯੋਜਨਾ ਬਣਾਉਣੀ ਪਏਗੀ। ਕਿਹੋ ਜਿਹੀ ਯੋਜਨਾ ਬਾਸ? ਤੁਸੀਂ ਜਾਓ ਤੇ ਇੱਕ ਸ਼ਾਂਤ ਜਗ੍ਹਾ ਤੇ ਇੰਤਜ਼ਾਰ ਕਰੋ। ਯੋਜਨਾ ਮੇਰੇ ਤੇ ਛੱਡ ਦਿਓ। ਤਾਂ ਸ਼ਾਰਕ ਖੁਦ ਨੂੰ ਲੁਕਾਉਣ ਦੇ ਲਈ ਲਾਲ ਮੁੰਗਿਆਂ ਦੇ ਵਿੱਚ ਭਟਕਦਾ ਰਿਹਾ। ਉਸਨੇ ਆਪਣੇ ਆਪ ਨੂੰ ਲਾਲ ਰੰਗ ਵਿੱਚ ਰੰਗਿਆ, ਜਿਵੇਂ ਉਹ ਲਾਲ ਮੱਛਲੀ ਦੇ ਪਰਿਵਾਰ ਦਾ ਸਦੱਸ ਹੋਵੇ। ਫਿਰ ਉਸਨੇ ਆਪਣੇ ਖਤਰਨਾਕ ਪੰਖਾਂ ਨੂੰ ਲੁਕਾਉਣ ਦੇ ਲਈ ਇੱਕ ਸੰਤਰੀ ਪੈਟਰਨ ਵਾਲੀ ਕਾਈ ਨੂੰ ਲੱਭਿਆ। ਉਸਨੇ ਕਾਈ ਨੂੰ ਆਪਣੀ ਪਿੱਠ ਤੇ ਸੁੱਟਿਆ ਤੇ ਆਪਣੇ ਨੁਕੀਲੇ ਪੰਖਾਂ ਨੂੰ ਢੱਕ ਲਿਆ ਤੇ ਆਖਰ ਵਿੱਚ ਸ਼ਾਰਕ ਨੇ ਲਾਲ ਮੱਛਲੀ ਦੀ ਪਸੰਦੀਦਾ ਮਾਸ ਕੁਕੀਜ਼ ਖਰੀਦੀਆਂ। ਕੋਈ ਵੀ ਮੱਛਲੀ ਇਹਨਾਂ ਕੁਕੀਜ਼ ਨੂੰ ਮਨਾ ਨਹੀਂ ਕਰ ਸਕਦੀ। ਸ਼ਾਰਕ ਤੈਰ ਕੇ ਲਾਲ ਮੱਛਲੀ ਦੇ ਘਰ ਵੱਲ ਨੂੰ ਵਧਿਆ ਤੇ ਆਪਣੀ ਨੱਕ ਨਾਲ ਬੂਹਾ ਖੜਕਾਇਆ। ਕੌਣ ਹੈ? ਮੈਂ ਮਾਸ ਕੁਕੀਜ਼ ਵੇਚਣ ਵਾਲੀ ਇੱਕ ਬੂढ़ी ਲਾਲ ਮੱਛਲੀ ਹਾਂ। ਕੀ ਤੁਹਾਨੂੰ ਕੁਕੀਜ਼ ਨਹੀਂ ਚਾਹੀਦੀਆਂ ਨੇ? ਹਾਂ, ਮਾਸ ਕੁਕੀਜ਼। ਲਾਲ ਮੱਛਲੀ ਛੋਟੀ ਸੀ ਤੇ ਕੁਕੀਜ਼ ਦੇ ਲਈ ਬਹੁਤ ਉਤਾਵਲੀ ਸੀ, ਇਸ ਲਈ ਉਹ ਫਟਾਫਟ ਬਾਹਰ ਜਾ ਕੇ ਕੁਝ ਲੈਣਾ ਚਾਹੁੰਦੀ ਸੀ। ਰੁਕੋ ਭਰਾਵੋ, ਸਾਡੀ ਮਾਂ ਨੇ ਸਾਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਤੋਂ ਮਨਾ ਕੀਤਾ ਸੀ। ਲਾਲ ਮੱਛਲੀ ਭਰਾਵਾਂ ਵਿੱਚੋਂ ਇੱਕ ਨੇ ਦਰਵਾਜ਼ੇ ਦੀ ਛੋਟੀ ਜਿਹੀ ਮੋਰੀ ਤੋਂ ਬਾਹਰ ਵੇਖਿਆ। ਪਰ ਉਹ ਕੋਈ ਅਜਨਬੀ ਨਹੀਂ ਹੈ, ਉਹ ਤੇ ਸਾਡੀ ਤਰ੍ਹਾਂ ਇੱਕ ਲਾਲ ਮੱਛੀ ਹੈ। ਫਿਰ ਮੱਛੀ ਭੈਣ ਭਰਾ ਬਾਹਰ ਚਲੇ ਗਏ
ਮੈਂ ਤੁਹਾਨੂੰ ਆਪਣੇ ਘਰ ਲੈ ਚਲਦੀ ਹਾਂ। ਮੇਰੇ ਘਰ 'ਚ ਹੋਰ ਵੀ ਕੁਕੀਜ਼ ਨੇ। ਲਾਲ ਮੱਛੀ ਨੇ ਸ਼ਾਰਕ ਦਾ ਪਿੱਛਾ ਕੀਤਾ, ਜਦਕਿ ਸ਼ਾਰਕ ਚਲਾਕੀ ਨਾਲ ਸੋਚ ਰਿਹਾ ਸੀ ਕਿ ਉਹਨਾਂ ਨੂੰ ਕਿਵੇਂ ਖਾਵੇ। ਅਚਾਨਕ ਇੱਕ ਮੱਛੀ ਫੜਨ ਵਾਲੀ ਛੜੀ ਉਸਦੇ ਉੱਤੇ ਗਿਰ ਗਈ, ਜਿਸ ਨਾਲ ਉਸਨੇ ਪੰਖਾਂ ਨੂੰ ਲੁਕਾਉਣ ਵਾਲੀ ਕਾਈ ਮਾੜੀ ਜਿਹੀ ਖੁਰਚ ਗਈ। ਤਦੇ ਲਾਲ ਮੱਛੀਆਂ ਨੇ ਮਹਿਸੂਸ ਕੀਤਾ ਕਿ ਉਹ ਇੱਕ ਸ਼ਾਰਕ ਹੈ। ਉਹ ਤੇ ਸ਼ਾਰਕ ਹੈ, ਭੱਜੋ! ਉਹਨਾਂ ਵਿੱਚੋਂ ਇੱਕ ਚੱਟਾਨ ਦੇ ਪਿੱਛੇ ਲੁਕ ਗਿਆ, ਦੂਜਾ ਮੂੰਗਿਆਂ ਦੇ ਵਿੱਚ ਤੇ ਇੱਕ ਤੀਜਾ ਪੱਥਰ ਦੇ ਥੱਲੇ ਲੁਕ ਗਿਆ। ਪਰ ਸ਼ਾਰਕ ਨੇ ਉਹਨਾਂ ਵਿੱਚੋਂ ਹਰ ਇੱਕ ਨੂੰ ਲੱਭ ਲਿਆ ਤੇ ਤਿੰਨਾਂ ਨੂੰ ਫੜ ਲਿਆ। ਤੁਸੀਂ ਮੇਰੇ ਦੋਸਤਾਂ ਨਾਲ ਇੱਕ ਚੰਗੀ ਦਾਵਤ ਕਰੋਗੇ। ਉਹਨਾਂ ਵਿੱਚੋਂ ਸਿਰਫ ਇੱਕ ਸ਼ਾਰਕ ਤੋਂ ਬਚਣ ਵਿੱਚ ਕਾਮਯਾਬ ਰਹੀ ਤੇ ਛੇਤੀ ਆਪਣੇ ਘਰ ਦੇ ਵੱਲ ਤੈਰ ਗਈ। ਇੱਧਰ ਲਾਲ ਮੱਛੀ ਮਾਂ ਬਹੁਤ ਡਰ ਗਈ ਜਦ ਉਸਨੂੰ ਆਪਣੇ ਬੱਚੇ ਘਰ ਦੇ ਅੰਦਰ ਨਜ਼ਰ ਨਹੀਂ ਆਏ। ਨਹੀਂ, ਤੁਸੀਂ ਕਿੱਥੇ ਹੋ ਮੇਰੇ ਬੱਚਿਓ? ਮਾਂ ਮੱਛੀ ਆਪਣੇ ਬੱਚਿਆਂ ਦੀ ਤਲਾਸ਼ ਵਿੱਚ ਦੂਰ ਜਾਣ ਵਾਲੀ ਸੀ, ਪਰ ਉਸੇ ਵੇਲੇ ਉਸਨੇ ਆਪਣੇ ਬੱਚੇ ਨੂੰ ਹੜਬੜੀ ਵਿੱਚ ਤੈਰ ਕੇ ਘਰ ਆਉਂਦੇ ਵੇਖਿਆ। ਮਾਂ, ਸ਼ਾਰਕ ਨੇ ਮੇਰੇ ਭਰਾਵਾਂ ਨੂੰ ਅਗਵਾ ਕਰ ਲਿਆ। ਮੈਨੂੰ ਪਤਾ ਹੈ ਉਹ ਕਿੱਥੇ ਨੇ। ਅਸੀਂ ਉਹਨਾਂ ਨੂੰ ਬਚਾ ਸਕਦੇ ਹਾਂ। ਮਾਂ ਮੱਛੀ ਨੇ ਅਕਲਮੰਦੀ ਨਾਲ ਵੱਡੀ ਬਿੱਲੀ ਤੋਂ ਮਦਦ ਲੈਣ ਦਾ ਫੈਸਲਾ ਕੀਤਾ ਤੇ ਫਿਰ ਉਹ ਤਿੰਨੋਂ ਇਕੱਠੇ ਤੈਰ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸ਼ਾਰਕ ਗਿਰੋਹ ਸੀ। ਸ਼ਾਰਕ ਗਿਰੋਹ ਆਪਣਾ ਮੱਛੀ ਖਾਣਾ ਖਾਣ ਹੀ ਵਾਲਾ ਸੀ ਕਿ ਉਹ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਦੇ ਕੋਲ ਸਿਰਫ 2 ਮੱਛੀਆਂ ਨੇ। ਪਰ ਇੱਥੇ ਤਾਂ ਬਸ 2 ਹੀ ਲਾਲ ਮੱਛੀਆਂ ਨੇ ਬੌਸ। ਕੀ? ਪਰ ਕਿਵੇਂ? ਮੈਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਚੋਂ ਇੱਕ ਨੂੰ ਭੁੱਲ ਗਏ ਹੋਣੇ ਬੌਸ। ਹਾਂ, ਉਹ ਮੈਂ ਹੀ ਸੀ ਜੋ ਬਚ ਨਿਕਲੀ। ਕੀ? ਤਦੇ ਸ਼ਾਰਕ ਗਿਰੋਹ ਨੇ ਵੱਡੀ ਵੇਲ ਬਿੱਲੀ ਨੂੰ ਵੇਖਿਆ ਤੇ ਉਹ ਬਹੁਤ ਡਰੇ ਹੋਏ ਸੀ। ਇਸ ਤਰ੍ਹਾਂ ਦੋਵੇਂ ਨਿੱਕੀ ਲਾਲ ਮੱਛੀਆਂ ਬਚ ਗਈਆਂ। ਬਿੱਲੀ ਨੇ ਫਟਾਫਟ ਆਪਣਾ ਮੂੰਹ ਚੌੜਾ ਖੋਲ੍ਹਿਆ ਤੇ ਤਿੰਨੋਂ ਸ਼ਾਰਕ ਨੂੰ ਫੜ ਲਿਆ। ਬਚਾਓ, ਕੋਈ ਬਚਾਓ! ਕੀ ਤੁਸੀਂ ਫੇਰ ਤੋਂ ਨਿੱਕੀ ਮੱਛੀਆਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰੋਗੇ? ਨਹੀਂ, ਅਸੀਂ ਵਾਅਦਾ ਕਰਦੇ ਹਾਂ। ਤਾਂ ਲਾਲ ਮੱਛੀਆਂ ਸੁਰੱਖਿਅਤ ਘਰ ਜਾ ਸਕਦੀਆਂ ਨੇ ਨਾ? ਹਾਂ, ਉਹ ਜਾ ਸਕਦੀਆਂ ਨੇ। ਉਹ ਜਾ ਸਕਦੀਆਂ ਨੇ। ਸਾਨੂੰ ਇੱਥੋਂ ਬਾਹਰ ਕੱਢੋ। ਤੇ ਲਾਲ ਮੱਛੀ ਪਰਿਵਾਰ ਸੁਰੱਖਿਅਤ ਘਰ ਵਾਪਸ ਆ ਗਿਆ। ਤੇ ਉਸ ਦਿਨ ਤੋਂ ਬਾਅਦ ਤਿੰਨੇ ਛੋਟੀ ਲਾਲ ਮੱਛੀਆਂ ਸਮਝ ਗਈਆਂ ਕਿ ਆਪਣੀ ਮਾਂ ਦੀ ਆਗਿਆ ਮੰਨਣਾ ਉਹਨਾਂ ਲਈ ਕਿੰਨਾ ਜ਼ਰੂਰੀ ਹੈ। ਤੇ ਫਿਰ ਉਹ ਹਮੇਸ਼ਾ ਸੁਰੱਖਿਅਤ ਰਹੀਆਂ ਆਪਣੇ ਸੋਹਣੇ ਸਮੁੰਦਰੀ ਘਰ ਦੇ ਅੰਦਰ। ਇੱਕ ਦਿਨ ਇੱਕ ਜਵਾਨ ਕੁੜੀ ਬਡੂ, ਜੋ ਆਪਣੇ ਬੁੱਢੇ ਬਿਮਾਰ ਪਿਓ ਦੇ ਇਲਾਜ ਲਈ ਜੰਗਲ ਵਿੱਚ ਸਵਾਸਥਵਰਧਕ ਪੌਦਿਆਂ ਦੀ ਤਲਾਸ਼ ਵਿੱਚ ਪੇੜਾਂ ਤੋਂ ਅਲੱਗ-ਅਲੱਗ ਫਲ ਇਕੱਠਾ ਕਰਦੇ ਘੁੰਮ ਰਹੀ ਸੀ। ਇਹ ਇੱਕ ਬੈਂਗਣੀ ਪੱਤਾ ਹੈ। ਸ਼ਾਇਦ ਇਸ ਨਾਲ ਮੇਰੇ ਪਿਤਾ ਜੀ ਨੂੰ ਆਰਾਮ ਮਿਲ ਜਾਵੇ। ਜਦ ਬਡੂ ਫਲਾਂ ਤੇ ਪੌਦਿਆਂ ਨੂੰ ਆਪਣੇ ਥੈਲੇ ਵਿੱਚ ਇਕੱਠਾ ਕਰਦੇ ਹੋਏ ਚੱਲ ਰਹੀ ਸੀ ਤਾਂ ਉਸਨੇ ਆਪਣੇ ਸਾਹਮਣੇ ਇੱਕ ਬੁੱਢੀ ਜਨਾਨੀ ਨੂੰ ਹੌਲੀ-ਹੌਲੀ ਤੁਰਦੇ ਹੋਏ ਵੇਖਿਆ। ਬਡੂ ਤੁਰੰਤ ਜਾ ਕੇ ਉਸਦੀ ਮਦਦ ਕਰਨਾ ਚਾਹੁੰਦੀ ਸੀ। ਨਮਸਤੇ ਬੇਬੇ, ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦੀ ਹਾਂ? ਬੁੱਢੀ ਨੇ ਆਪਣੀ ਚੁੰਨੀ ਦਾ ਪੱਲਾ ਉੱਤੇ ਕਰਕੇ ਵੇਖਿਆ। ਧੰਨਵਾਦ ਕੁੜੀਏ, ਰਸਤੇ ਵਿੱਚ ਮੇਰੀ ਸੋਟੀ ਟੁੱਟ ਗਈ। ਮੈਂ ਬਹੁਤ ਹੌਲੀ-ਹੌਲੀ ਤੁਰਦੀ ਹਾਂ ਕਿ ਕਿਧਰੇ ਮੈਂ ਡਿੱਗ ਨਾ ਪਵਾਂ। ਬਡੂ ਨੇ ਚਾਰੇ ਪਾਸੇ ਵੇਖਿਆ ਤੇ ਉਸਦੇ ਮਗਰ ਪਥਰੀਲੇ ਇਲਾਕੇ ਵੱਲ ਤੁਰ ਪਈ। ਉਸਨੇ ਮੁਸ਼ਕਲ ਨਾਲ ਚੱਟਾਨ ਦੇ ਚਾਰੇ ਪਾਸੇ ਆਪਣਾ ਰਸਤਾ ਬਣਾਇਆ ਤੇ ਇੱਕ ਬਹੁਤ ਹੀ ਮਜ਼ਬੂਤ ਲੱਕੜ ਲੱਭੀ। ਉਸਨੇ ਫਟਾਫਟ ਇਸ ਲੱਕੜ ਨੂੰ ਨੁਕੀਲੇ ਪੱਥਰ ਦੇ ਕਿਨਾਰੇ ਤੇ ਸਿੱਧਾ ਕੀਤਾ ਤੇ ਉਸਨੂੰ ਚੱਲ ਕੇ ਫੜਨ ਵਾਲੀ ਸੋਟੀ ਬਣਾ ਦਿੱਤਾ। ਫਿਰ ਉਸਨੇ ਉਹਨੂੰ ਬੁੱਢੀ ਨੂੰ ਦੇ ਦਿੱਤਾ। ਇਹ ਲਓ, ਤੁਸੀਂ ਹੁਣ ਬਾਕੀ ਦਾ ਰਸਤਾ ਇਸ ਦੇ ਸਹਾਰੇ ਤੁਰ ਸਕਦੇ ਹੋ। ਤੂੰ ਮੇਰੇ ਲਈ ਇੰਨੀ ਮਿਹਨਤ ਨਾਲ ਇਹ ਕੰਮ ਕਰਕੇ ਮੇਰੇ ਦਿਲ ਨੂੰ ਛੂ ਲਿਆ ਹੈ ਕੁੜੀਏ। ਸ਼ੁਕਰੀਆ, ਪਰ ਤੂੰ ਇਹ ਕਿਉਂ ਕੀਤਾ, ਉਹ ਵੀ ਕਿਸੇ ਅਜਨਬੀ ਲਈ? ਮੇਰੇ ਪਿਤਾ ਜੀ ਬਹੁਤ ਬਿਮਾਰ ਨੇ
ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਬੁੱਢਾ ਜਾਂ ਬਿਮਾਰ ਹੈ, ਬਸ ਉਸ ਦੀ ਮਦਦ ਹੋਣੀ ਚਾਹੀਦੀ ਹੈ। ਬੁੱਢੀ ਬੱਡੂ ਦੇ ਜਵਾਬ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਈ ਤੇ ਉਸਨੇ ਉਸਨੂੰ ਛੋਟਾ ਜਿਹਾ ਜਾਦੂ ਦਾ ਡੱਬਾ ਵਿਖਾਇਆ ਜੋ ਉਸ ਦੇ ਹੱਥ ਵਿੱਚ ਸੀ। ਪਰ ਉਸੇ ਵੇਲੇ ਕੋਲੋਂ ਲੰਘਦੇ ਹੋਏ ਇੱਕ ਅਮੀਰ ਵਪਾਰੀ ਨੇ ਉਹਨਾਂ ਨੂੰ ਵੇਖ ਲਿਆ। ਉਹ ਪੇੜ ਦੇ ਪਿੱਛੇ ਲੁਕ ਕੇ ਬੁੱਢੀ ਜਨਾਨੀ ਤੇ ਉਸ ਕੁੜੀ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ। ਇਹ ਜਾਦੂ ਦਾ ਡੱਬਾ ਲੈ ਲੈ ਕੁੜੀਏ, ਤੇ ਇਸ ਨੂੰ ਆਪਣੇ ਪਿਤਾ ਜੀ ਦੇ ਕੋਲ ਲੈ ਜਾ। ਤੈਨੂੰ ਹਮੇਸ਼ਾ ਇਸ ਤੋਂ ਇਲਾਜ ਵਾਲੇ ਪੋਸ਼ਕ ਤੱਤ ਮਿਲਣਗੇ। ਸ਼ੁਕਰੀਆ, ਪਰ ਤੁਹਾਨੂੰ ਵੀ ਤਾਂ ਇਸ ਦੀ ਲੋੜ ਹੈ। ਤੂੰ ਮੈਨੂੰ ਉਹ ਦੇ ਦਿੱਤਾ ਹੈ ਜਿਸ ਦੀ ਮੈਨੂੰ ਅਸਲ ਵਿੱਚ ਲੋੜ ਸੀ, ਮੇਰੀ ਤੁਰਨ ਵਾਲੀ ਛੜੀ। ਹੁਣ ਇਹ ਜਾਦੂ ਦਾ ਡੱਬਾ ਲੈ ਲੈ ਤੇ ਇਸ ਦੀ ਚੀਜ਼ਾਂ ਨੂੰ ਵੰਡੀ ਸਿਰਫ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਹ ਨਾ ਭੁੱਲੀ, ਨਹੀਂ ਤਾਂ ਜਾਦੂ ਦਾ ਡੱਬਾ ਬੇਕਾਰ ਹੈ। ਇੱਕ ਜਾਦੂ ਦਾ ਡਿੱਬਾ? ਜੇ ਮੈਂ ਇਸ ਜਾਦੂ ਦੇ ਡਿੱਬੇ ਨੂੰ ਵੇਚ ਦਿਆਂ ਤਾਂ ਮੈਂ ਬਹੁਤ ਅਮੀਰ ਹੋ ਜਾਵਾਂਗਾ। ਬੱਡੂ ਨੇ ਬੁੱਢੀ ਔਰਤ ਤੋਂ ਬਕਸਾ ਲੈ ਲਿਆ। ਜਦ ਉਸਨੇ ਉਸ ਨੂੰ ਖੋਲ੍ਹਿਆ ਤਾਂ ਉਸ ਨੂੰ ਇਸ ਵਿੱਚ ਪਾਣੀ, ਰੋਟੀ ਤੇ ਮੁੱਠੀ ਭਰ ਅਖਰੋਟ ਮਿਲੇ। ਹੁਣ ਬੁੱਢੀ ਜਨਾਨੀ ਹੌਲੀ-ਹੌਲੀ ਉਸ ਦੀ ਨਜ਼ਰਾਂ ਤੋਂ ਓਝਲ ਹੋ ਰਹੀ ਸੀ। ਜਦ ਬੱਡੂ ਘਰ ਜਾ ਰਹੀ ਸੀ, ਰਸਤੇ ਵਿੱਚ ਉਹ ਚਲਾਕ ਵਪਾਰੀ ਨੂੰ ਮਿਲੀ ਜੋ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਵਪਾਰੀ ਨੇ ਕਿਹਾ ਕਿ ਉਹ ਬੱਡੂ ਦੇ ਹੱਥ ਵਾਲਾ ਬਕਸਾ ਖਰੀਦਣਾ ਚਾਹੁੰਦਾ ਹੈ। ਮੈਂ ਤੁਹਾਨੂੰ ਬਦਲੇ ਵਿੱਚ ਬਹੁਤ ਸਾਰੇ ਪੈਸੇ ਦਿਆਂਗਾ ਤੇ ਪੈਸਿਆਂ ਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਨਹੀਂ, ਮੈਂ ਇਸ ਬਕਸੇ ਨੂੰ ਸਿਰਫ ਉਹਨਾਂ ਲੋਕਾਂ ਦੇ ਨਾਲ ਸਾਂਝਾ ਕਰਦੀ ਹਾਂ ਜਿਨ੍ਹਾਂ ਨੂੰ ਵਾਕਈ ਇਸ ਦੀ ਲੋੜ ਹੈ। ਤੁਹਾਡਾ ਦਿਨ ਵਧੀਆ ਗੁਜ਼ਰੇ। ਬੱਡੂ ਤੁਰਦੀ ਰਹੀ ਆਪਣੇ ਘਰ ਵੱਲ ਨੂੰ। ਕੁਝ ਸਮੇਂ ਬਾਅਦ ਉਸ ਨੂੰ ਆਪਣੇ ਸਾਹਮਣੇ ਇੱਕ ਬਹੁਤ ਭੁੱਖੀ ਬੱਕਰੀ ਨਜ਼ਰ ਆਈ। ਬੱਕਰੀ ਇੰਨੀ ਕਮਜ਼ੋਰ ਸੀ ਕਿ ਬੱਡੂ ਨੇ ਉਸ ਨੂੰ ਡੱਬੇ ਦੀਆਂ ਸਾਰੀਆਂ ਰੋਟੀਆਂ ਦੇ ਦਿੱਤੀਆਂ। ਇਹ ਤੇਰੇ ਲਈ ਪਿਆਰੀ ਬੱਕਰੀ। ਇਹ ਬਕਸਾ ਤਾਂ ਪਹਿਲਾਂ ਤੋਂ ਹੀ ਜਾਦੂਈ ਹੈ। ਇਹਦਾ ਸਮਾਨ ਕਦੇ ਖਤਮ ਨਹੀਂ ਹੁੰਦਾ, ਜਿੰਨਾ ਚਾਹੇ ਖਾ। ਬੱਕਰੀ ਨੇ ਸਾਰੀਆਂ ਰੋਟੀਆਂ ਖਾ ਲਈਆਂ ਕਿਉਂਕਿ ਉਹ ਬਹੁਤ ਦਿਨਾਂ ਤੋਂ ਭੁੱਖੀ ਸੀ। ਹੁਣ ਉਹ ਕੁੜੀ ਆਪਣੇ ਰਸਤੇ ਤੇ ਤੁਰਦੀ ਰਹੀ। ਇਸ ਵਾਰ ਉਸ ਦੇ ਸਾਹਮਣੇ ਇੱਕ ਸੁੱਕਾ ਕੋਕੋਵਾ ਦਾ ਪੇੜ ਨਜ਼ਰ ਆਇਆ। ਓਹ, ਤੈਨੂੰ ਕਿੰਨੇ ਇੰਨਾ ਪਿਆਸਾ ਰੱਖਿਆ ਹੈ ਕੋਕੋ ਦੇ ਪੇੜ। ਤੇਰੇ ਕੋਲ ਤਾਂ ਇੰਨੇ ਸੋਹਣੇ ਕੋਕੋ ਨੇ। ਲੋਕੀ ਇਹਨਾਂ ਤੋਂ ਸਵਾਦੀ ਚਾਕਲੇਟ ਬਣਾ ਸਕਦੇ ਨੇ। ਉਸ ਪੇੜ ਦੀਆਂ ਟਹਿਣੀਆਂ ਇੰਨੀਆਂ ਮੁਰਝਾ ਗਈਆਂ ਸੀ ਕਿ ਬੱਡੂ ਖੁਦ ਨੂੰ ਰੋਕ ਨਹੀਂ ਸਕੀ ਤੇ ਪੇੜ ਦੀ ਜੜ੍ਹਾਂ ਨੂੰ ਡੱਬੇ ਦੇ ਪਾਣੀ ਦੇ ਨਾਲ ਸੀਂਚਿਆ। ਪੇੜ ਨੇ ਤੁਰੰਤ ਸਾਰਾ ਪਾਣੀ ਸੋਖ ਲਿਆ। ਆਹ, ਛੇਤੀ ਬਹੁਤ ਸਾਰੇ ਕੋਕੋ ਤੇਰੀ ਸ਼ਾਖਾਵਾਂ ਤੇ ਖਿੜਨਗੇ। ਬੱਡੂ ਆਪਣੇ ਰਸਤੇ ਤੇ ਚੱਲਦੀ ਰਹੀ, ਪਰ ਕੁਝ ਸਮੇਂ ਦੇ ਬਾਅਦ ਉਹ ਰੁਕਣਾ ਤੇ ਆਰਾਮ ਕਰਨਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਹੁਤ ਥੱਕ ਗਈ ਸੀ। ਉਸੇ ਸਮੇਂ ਉਹੀ ਚਲਾਕ ਵਪਾਰੀ ਬੱਡੂ ਦੇ ਸਾਹਮਣੇ ਫੇਰ ਤੋਂ ਭੇਸ ਬਦਲ ਕੇ ਆ ਗਿਆ। ਨਮਸਤੇ, ਮੈਂ ਮਹਿਲ ਦਾ ਪਹਿਰੇਦਾਰ ਹਾਂ। ਜੇ ਤੁਸੀਂ ਥੱਕ ਗਏ ਹੋ ਤਾਂ ਮੈਂ ਤੁਹਾਨੂੰ ਆਪਣੇ ਘੋੜੇ ਤੇ ਲੈ ਕੇ ਜਾ ਸਕਦਾ ਹਾਂ। ਇਹ ਤੁਹਾਡੀ ਮਹਾਨਤਾ ਹੋਵੇਗੀ ਮਿਸਟਰ ਗਾਰਡੀਅਨ। ਮੈਂ ਥੋੜੀ ਥੱਕ ਗਈ ਹਾਂ ਤੇ ਨਾਲੇ ਭੁੱਖ ਵੀ ਲੱਗੀ ਹੈ। ਹੁਣੇ ਲਓ ਮੈਡਮ, ਪਰ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਤਾਂ ਤੁਹਾਨੂੰ ਮੈਨੂੰ ਇਹ ਡਿੱਬਾ ਦੇਣਾ ਪਏਗਾ। ਕੀ ਤੁਸੀਂ ਪਹਿਰੇਦਾਰ ਨਹੀਂ ਹੋ? ਤੁਸੀਂ ਉਹੀ ਵਪਾਰੀ ਹੋ ਨਾ? ਨਹੀਂ, ਬਿਲਕੁਲ ਨਹੀਂ। ਤੁਹਾਡਾ ਦਿਨ ਸ਼ੁਭ ਹੋਵੇ। ਬੱਡੂ ਜੰਗਲ ਵਿੱਚ ਤੁਰਦੀ ਰਹੀ, ਤੇਜ਼ ਕਦਮਾਂ ਦੇ ਨਾਲ। ਉਹ ਬਕਸੇ ਤੋਂ ਮੁੱਠੀ ਭਰ ਅਖਰੋਟ ਖਾਣਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਹੁਤ ਭੁੱਖੀ ਸੀ। ਪਰ ਹੁਣ ਉਸਨੂੰ ਗਲੈਰੀਆਂ ਦਾ ਇੱਕ ਪਰਿਵਾਰ ਨਜ਼ਰ ਆਇਆ ਜਿਨ੍ਹਾਂ ਵਿੱਚੋਂ ਹਰ ਕੋਈ ਭੁੱਖ ਦੇ ਨਾਲ ਮਰ ਰਿਹਾ ਸੀ। ਮੈਂ ਥੋੜੀ ਦੇਰ ਹੋਰ ਭੁੱਖ ਸਹਿ ਸਕਦੀ ਹਾਂ, ਪਰ ਹੁਣ ਹੋਰ ਕੋਈ ਇਸ ਜੰਗਲ ਵਿੱਚ ਭੁੱਖਾ ਨਾ ਰਵੇ। ਉਂਝ ਵੀ ਮੇਰੇ ਕੋਲ ਜਾਦੂ ਦਾ ਡੱਬਾ ਹੈ, ਮੈਂ ਅਖਰੋਟ ਬਾਅਦ ਵਿੱਚ ਖਾ ਲਵਾਂਗੀ। ਬੱਡੂ ਨੇ ਗਲੈਰੀ ਪਰਿਵਾਰ ਨੂੰ ਡੱਬੇ ਦੇ ਅਖਰੋਟ ਦੇ ਦਿੱਤੇ ਤੇ ਫਿਰ ਉਹ ਕੁੜੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਖੀਰ ਵਿੱਚ ਆਪਣੇ ਘਰ ਪਹੁੰਚ ਗਈ। ਉਹ ਆਪਣੇ ਬਿਮਾਰ ਪਿਓ ਦੇ ਕੋਲ ਆਈ ਤੇ ਉਹਨਾਂ ਨੂੰ ਜਾਦੂ ਦਾ ਡੱਬਾ ਵਿਖਾਇਆ। ਪਿਤਾ ਜੀ, ਰਸਤੇ ਵਿੱਚ ਮੇਰੀ ਮੁਲਾਕਾਤ ਇੱਕ ਬੜੀ ਸਿਆਣੀ ਬੁੱਢੀ ਨਾਲ ਹੋਈ। ਉਹਨੇ ਮੈਨੂੰ ਇਹ ਜਾਦੂ ਦਾ ਬਕਸਾ ਦਿੱਤਾ ਹੈ। ਇਸ ਵਿੱਚ ਪੋਸ਼ਕ ਤੱਤਾਂ ਵਾਲਾ ਭੋਜਨ ਹੈ ਜੋ ਤੁਹਾਡੀ ਸਿਹਤ ਨੂੰ ਚੰਗਾ ਕਰੇਗਾ।
ਬੱਡੂ ਨੇ ਡੱਬਾ ਖੋਲ੍ਹਿਆ, ਪਰ ਸੋਚੋ ਉਸਨੇ ਕੀ ਵੇਖਿਆ। ਡੱਬਾ ਖਾਲੀ ਸੀ। ਪਰ 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 ਕਿਵੇਂ? ਕੀ ਇਹ ਬਕਸਾ ਜਾਦੂਈ ਨਹੀਂ ਸੀ? ਇਹ ਅੰਦਰੋਂ ਖਾਲੀ ਹੈ। ਪਰ ਮੈਂ ਤੇ ਚੀਜ਼ਾਂ ਉਹਨਾਂ ਨਾਲ ਹੀ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਇਸ ਦੀ ਲੋੜ ਸੀ। ਬੱਡੂ ਬਹੁਤ ਪਰੇਸ਼ਾਨ ਸੀ ਕਿ ਉਹ ਆਪਣੇ ਪਿਤਾ ਜੀ ਦੀ ਮਦਦ ਨਹੀਂ ਕਰ ਸਕਦੀ। ਪਰ ਉਸੇ ਵੇਲੇ ਕਿਸੇ ਨੇ ਬੂਹਾ ਖੜਕਾਇਆ। ਜਦ ਬੱਡੂ ਨੇ ਬੂਹਾ ਖੋਲ੍ਹਿਆ ਤਾਂ ਉਸਨੇ ਬੁੱਢੀ ਔਰਤ, ਬੱਕਰੀ ਤੇ ਗਿਲਹਰੀਆਂ ਨੂੰ ਵੇਖਿਆ। ਪਰ ਤੁਸੀਂ ਤਾਂ… ਹਾਂ ਪਿਆਰੀ ਧੀਏ, ਜਿਵੇਂ ਕਿ ਮੈਂ ਤੈਨੂੰ ਕਿਹਾ ਸੀ, ਤੂੰ ਜਾਦੂ ਦਾ ਡੱਬਾ ਸਿਰਫ ਉਹਨਾਂ ਲੋਕਾਂ ਨਾਲ ਸਾਂਝਾ ਕਰੀ ਜਿਨ੍ਹਾਂ ਨੂੰ ਲੋੜ ਹੈ। ਹੁਣ ਇਹ ਸਾਰਾ ਕੁਝ ਤੇਰੇ ਲਈ ਹੈ। ਤੂੰ ਇਸ ਬੱਕਰੀ ਦੇ ਦੁੱਧ ਦਾ, ਕੋਕੋ ਦੇ ਪੇੜ ਦੇ ਫਲਾਂ ਦਾ ਤੇ ਗਿਲਹਰੀ ਦੇ ਲਿਆਏ ਹੇਜ਼ਲਨਟਸ ਦਾ ਫਾਇਦਾ ਲੈ ਸਕਦੀ ਹੈ। ਬੱਡੂ ਨੇ ਕੋਕੋ ਦੇ ਫਲ, ਬੱਕਰੀ ਦਾ ਦੁੱਧ ਤੇ ਗਿਲਹਰੀ ਦੇ ਲਿਆਏ ਹੇਜ਼ਲਨਟਸ ਬੁੱਢੀ ਔਰਤ ਦੀ ਟੋਕਰੀ ਤੋਂ ਲਏ ਤੇ ਆਪਣੇ ਪਿਤਾ ਜੀ ਦੇ ਲਈ ਇੱਕ ਸਿਹਤਮੰਦ ਸ਼ੇਕ ਤਿਆਰ ਕੀਤਾ। ਜਦ ਉਸਦੇ ਪਿਤਾ ਜੀ ਨੇ ਇਹ ਸ਼ੇਕ ਪੀਤਾ ਤਾਂ ਉਹ ਫਿਰ ਤੋਂ ਤੰਦਰੁਸਤ ਹੋ ਗਏ। ਧੰਨਵਾਦ ਮੇਰੀ ਸੋਹਣੀ, ਦਇਆਲੂ ਤੇ ਬਹਾਦਰ ਧੀ। ਬੱਡੂ ਬਹੁਤ ਖੁਸ਼ ਸੀ ਕਿ ਉਸਦੇ ਪਿਤਾ ਜੀ ਠੀਕ ਹੋ ਰਹੇ ਸੀ। ਜਦ ਉਸਨੂੰ ਅਹਿਸਾਸ ਹੋਇਆ ਕਿ ਹੁਣ ਉਸਨੂੰ ਉਸ ਬਕਸੇ ਦੀ ਲੋੜ ਨਹੀਂ, ਤਾਂ ਉਸਨੇ ਉਸਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਜਿਵੇਂ ਹੀ ਚਲਾਕ ਵਪਾਰੀ ਨੇ ਉਹ ਬਕਸਾ ਵੇਖਿਆ, ਉਹ ਕੁੱਦ ਕੇ ਉਸ ਤੇ ਪਿਆ। ਵਾਹ! ਜਾਦੂ ਦਾ ਡਿੱਬਾ, ਜਾਦੂ ਦਾ ਡਿੱਬਾ! ਹੁਣ ਮੈਂ ਹੋਰ ਵੀ ਅਮੀਰ ਬਣ ਜਾਵਾਂਗਾ। ਬੱਡੂ ਜੋ ਬਾਰੀ ਤੋਂ ਚਲਾਕ ਵਪਾਰੀ ਨੂੰ ਵੇਖ ਰਹੀ ਸੀ, ਉਸਨੂੰ ਉਸ ਤੇ ਹਾਸਾ ਆਇਆ, ਕਿਉਂਕਿ ਉਹ ਹੁਣ ਜਾਣਦੀ ਸੀ ਕਿ ਅਸਲੀ ਜਾਦੂ ਡਿੱਬੇ ਵਿੱਚ ਨਹੀਂ, ਸਗੋਂ ਆਪਣੇ ਹੀ ਦਇਆਲੂ ਦਿਲਾਂ ਵਿੱਚ ਹੈ।